ਧੰਨ ਵਾਹਿਗੁਰੂ ਸਾਹਿਬ ਜੀ। ਮਿਲਤ ਪਿਆਰੋ ਪ੍ਰਾਨਨਾਥ, ਕਵਨ ਭਗਤ ਤੇ ਸਾਧ ਸੰਗਤ ਪਾਈ, ਮੋਹਿ ਪਰਮ ਗਤੇ। ਮੈਲੇ ਕਪਰੇ ਕਹਾ ਲਾ ਧੋਵੋ, ਆਵੇਗੀ ਨੀਂਦ ਕਹਾ ਲਗ ਸੋਵੋ। ਜੋਈ ਜੋਈ ਜੋਰਿਓ, ਸੋਈ ਸੋਈ ਹਟਿਓ। ਝੂਠੈ ਬਨਜ ਉਠ ਹੀ ਗਈ ਹਟਿਓ। ਕਹੋ ਰਵਿਦਾਸ ਭਇਓ ਜਪ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਫਰੀਦਾ ਜਿਨੇ ਕਮੀ ਨਾਹੀਂ ਗੁਣ, ਤੇ ਕਮੜੇ ਵਿਸਾਰ। ਮਤ ਸ਼ਰਮਿੰਦਾ ਥੀ ਵਹੀ, ਸਾਈ ਦੈ ਦਰਬਾਰ। ਬਹੁਤ ਜਨਮ ਬਿਸਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਹੋ ਰਵਿਦਾਸ ਭਇਓ ਜਪ ਲੇਖੋ, ਕਹੋ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਪਰਮ ਸਨਮਾਨਯੋਗ ਛਤਰ ਚਬਰ ਤਖਤ ਦੇ ਮਾਲਿਕ, ਰਹਿਮਤਾਂ ਦੇ ਮੁਜੱਸਮੇ, ਵਾਲੀਏ ਕੁਲ ਆਲਮ, ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮੁਕੱਦਸ ਗੋਦ ਵਿੱਚ ਸੁਭਾਈਮਾਨ ਸਤ ਸੰਗੀ ਜਨੋ, ਵਡਭਾਗੇ ਹਾਂ ਜੋ ਰੋਜ਼ਾਨਾ ਹੀ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਹੋਇਆ ਰੱਬੀ ਇਲਾਹੀ ਬਾਣੀ ਦਾ ਹਰ ਜਸ ਕੀਰਤਨ ਸਰਵਣ ਕਰ ਰਹੇ ਸਾਂ। ਹੁਣ ਆਓ ਗੁਰਮਤਿ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਪਿਛਲੇ ਦਿਨਾਂ ਤੋਂ ਸਫਰ ਸ਼ਹਾਦਤ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਪਾਂ ਵਿਚਾਰਾਂ ਕਰਦੇ ਆ ਰਹੇ ਹਾਂ, ਜਿਸ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦੇ ਬਾਰੇ ਆਪਾਂ ਵਿਚਾਰਾਂ ਕਰ ਰਹੇ ਹਾਂ। ਉਸੇ ਲੜੀ ਨੂੰ ਆਪਾਂ ਅੱਗੇ ਵਿਚਾਰਨਾ ਹੈ। ਆਓ ਵਿਚਾਰ ਆਰੰਭਣ ਤੋਂ ਪਹਿਲਾਂ ਗੁਰਦੇਵ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿਛਲੇ ਕੁਝ ਦਿਨਾਂ ਤੋਂ ਆਪਾਂ ਵਿਚਾਰਾਂ ਕਰਦੇ ਆ ਰਹੇ ਹਾਂ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜੋ ਇਹਨਾਂ 7 ਦਿਨਾਂ ਦੇ ਵਿੱਚ ਆਪਣੇ 4 ਪੁੱਤਰਾਂ ਨੂੰ, ਮਾਤਾ ਨੂੰ ਤੇ ਜਾਨ ਨਾਲੋਂ ਪਿਆਰੇ ਸਿੱਖਾਂ ਨੂੰ ਪੰਥ ਦੇ ਉੱਤੋਂ ਕੁਰਬਾਨ ਕੀਤਾ ਅਤੇ ਸਮੇਂ ਦੀ ਸਰਕਾਰ ਦੇ ਵੱਲੋਂ ਢਾਏ ਜਾ ਰਹੇ ਜ਼ੁਲਮ ਦਾ ਸਤਿਗੁਰੂ ਜੀ ਨੇ ਆਪ ਸਾਹਮਣਾ ਕੀਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹਨਾਂ 7 ਦਿਨਾਂ ਦਾ ਜੋ ਜ਼ੁਲਮ ਸੀ, ਜੋ ਸਰਕਾਰ ਦੇ ਵੱਲੋਂ ਕੀਤਾ ਗਿਆ, ਤਾਂ ਜੋ ਗੁਰੂ ਨੂੰ ਕੈਦੀ ਬਣਾਇਆ ਜਾ ਸਕੇ, ਬੰਦੀ ਬਣਾਇਆ ਜਾ ਸਕੇ, ਸਤਿਗੁਰੂ ਜੀ ਨੇ ਉਸ ਜ਼ੁਲਮ ਦਾ ਟਾਕਰਾ ਕਰਦਿਆਂ ਹੋਇਆ ਮੁਗਲ ਸਲਤਨਤ ਦੇ ਹੱਥ ਨਾ ਆਏ। ਅਖੀਰ ਜਿਹੜਾ ਬਾਦਸ਼ਾਹ ਸਤਿਗੁਰੂ ਜੀ ਨੂੰ ਕੈਦ ਕਰਨਾ ਚਾਹੁੰਦਾ ਸੀ, ਔਰੰਗਜ਼ੇਬ, ਉਹ ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ ਜ਼ਫਰਨਾਮੇ ਦੇ ਨਾਲ, ਜਿੱਤ ਦੀ ਚਿੱਠੀ ਦੇ ਨਾਲ ਬਿਮਾਰ ਹੋ ਕੇ ਮਰ ਗਿਆ। ਪਰ ਸਤਿਗੁਰੂ ਜੀ ਦਾ ਉਹ ਵਾਲ ਵੀ ਵਿੰਗਾ ਨਾ ਕਰ ਸਕਿਆ। ਸਤਿਗੁਰੂ ਜੀ ਨੇ ਪੰਥ ਵਾਸਤੇ ਆਪਣਾ ਸਾਰਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ। ਇਹਨਾਂ 7 ਦਿਨਾਂ ਨੂੰ ਆਪਾਂ ਪਿਛਲੇ ਦਿਨਾਂ ਤੋਂ ਵਿਸਥਾਰ ਸਹਿਤ ਵਿਚਾਰਦੇ ਆ ਰਹੇ ਹਾਂ, ਤਾਂ ਜੋ ਸਤਿਗੁਰੂ ਜੀ ਨੇ ਇਹਨਾਂ 7 ਦਿਨਾਂ ਵਿੱਚ ਜੋ ਪੰਥ ਦੀ ਝੋਲੀ ਵਿੱਚ ਪਾਇਆ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਹੋ ਸਕੇ ਅਤੇ ਇਹਨਾਂ ਦਿਨਾਂ ਨੂੰ ਅਸੀਂ ਵੀ ਮਹਿਸੂਸ ਕਰ ਸਕੀਏ ਤੇ ਇਹਨਾਂ ਦਿਨਾਂ ਦੇ ਵਿੱਚ ਕਿਵੇਂ ਸਾਡੇ ਵੱਡੇ ਵਡੇਰਿਆਂ ਨੇ ਕੁਦਰਤੀ ਮੌਸਮ ਦਾ ਵੀ ਟਾਕਰਾ ਕੀਤਾ ਤੇ ਜ਼ੁਲਮ ਸਰਕਾਰ ਦੇ ਵੱਲੋਂ ਜ਼ੁਲਮ ਦਾ ਵੀ ਟਾਕਰਾ ਕੀਤਾ। ਕੋਸ਼ਿਸ਼ ਕਰੀਏ ਇਹਨਾਂ ਦਿਨਾਂ ਨੂੰ ਆਪਾਂ ਮਹਿਸੂਸ ਕਰਕੇ ਅੰਦਰ ਨੂੰ ਬਦਲਣ ਦਾ ਯਤਨ ਕਰੀਏ। ਕੱਲ ਆਪਾਂ ਵਿਚਾਰ ਦੀ ਸਮਾਪਤੀ ਇੱਥੇ ਕੀਤੀ ਸੀ। ਸਤਿਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ 24 ਦਸੰਬਰ ਦੀ ਸ਼ਾਮ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤੇ ਗਏ। 25 ਦਸੰਬਰ ਨੂੰ ਪਹਿਲੀ ਪੇਸ਼ੀ ਹੋਈ ਹੈ ਛੋਟੇ ਸਾਹਿਬਜ਼ਾਦਿਆਂ ਦੀ ਸੂਬਾ ਸਰਹੰਦ ਵਜ਼ੀਰ ਖਾਨ ਦੇ ਕਚਹਿਰੀ ਦੇ ਵਿੱਚ, ਜਿਸ ਵਿੱਚ ਬੱਚਿਆਂ ਨੂੰ ਭਰਮਾਉਣ ਦਾ ਲਾਲਚ ਦੇ ਕੇ ਧਰਮ ਨੂੰ ਤਬਦੀਲ ਕਰਨ ਵਾਸਤੇ ਪ੍ਰੇਰਿਆ ਗਿਆ ਅਤੇ ਇੱਕ ਅਜਿਹਾ ਯਤਨ ਕੀਤਾ ਗਿਆ ਜਿਨ੍ਹਾਂ ਦੇ ਨਾਲ ਬੱਚਿਆਂ ਦਾ ਸਿਰ ਨੂੰ ਝੁਕਾਇਆ ਜਾ ਸਕੇ। ਪਰ ਉਹਨਾਂ ਦੀਆਂ ਸਾਰੀਆਂ ਉਮੀਦਾਂ, ਉਹਨਾਂ ਦੇ ਸਾਰੇ ਕੀਤੇ ਹੋਏ ਯਤਨਾਂ ਤੇ ਛੋਟੇ ਸਾਹਿਬਜ਼ਾਦਿਆਂ ਨੇ ਪਾਣੀ ਫੇਰ ਦਿੱਤਾ। 25 ਦਸੰਬਰ ਨੂੰ ਪਹਿਲੀ ਪੇਸ਼ੀ ਹੋਈ, 26 ਦਸੰਬਰ ਨੂੰ ਦੂਜੀ ਪੇਸ਼ੀ ਹੋਈ, ਜਿਸ ਵਿੱਚ ਮਲੇਰਕੋਟਲਾ ਨਵਾਬ ਸ਼ੇਰ ਮੁਹੰਮਦ ਖਾਂ ਆਇਆ ਅਤੇ ਭਰੇ ਦਰਬਾਰ ਦੇ ਵਿੱਚ ਉਹਨੇ ਹਾਂ ਦਾ ਨਾਰਾ ਮਾਰਦਿਆਂ ਹੋਇਆ ਬਚਨ ਕਿਹਾ, ਵਜ਼ੀਰ ਖਾਂ, ਬੱਚਿਆਂ ਨੂੰ ਮਾਰਨਾ ਅਤੇ ਕਿਸੇ ਨੂੰ ਜ਼ਬਰਦਸਤੀ ਧਰਮ ਤਬਦੀਲ ਕਰਾਉਣਾ ਇਹ ਕੁਰਾਨ ਇਜਾਜ਼ਤ ਨਹੀਂ ਦਿੰਦੀ, ਜਿਸ ਕਰਕੇ ਇਹਨਾਂ ਨੂੰ ਛੱਡ ਦਿੱਤਾ ਜਾਵੇ, ਇਹਨਾਂ ਨੂੰ ਆਜ਼ਾਦ ਕਰ ਦਿੱਤਾ ਜਾਵੇ। ਪਰ ਅਖੀਰ ਸੁੱਚਾ ਨੰਦ ਨੇ ਚਾਲ ਚੱਲੀ ਅਤੇ ਸੁੱਚਾ ਨੰਦ ਨੇ ਕਿਹਾ
ਉਨ ਕਹਿਓ ਨਵਾਬ ਇਹ ਸਰਪ ਬਸੂਰੇ, ਛੋਟੇ ਵੱਡੇ ਡਸਕ ਜ਼ਰੂਰੇ। ਇਹ ਸੱਪ ਦੇ ਬੱਚੇ ਹਨ ਤੇ ਸੱਪ ਦੇ ਬੱਚਿਆਂ ਨੂੰ ਮਾਰਨਾ ਹੀ ਚੰਗਾ ਹੈ। ਸੱਪ ਨੂੰ ਮਾਰ ਦੇਣਾ ਤੇ ਉਹਦੇ ਬੱਚਿਆਂ ਨੂੰ ਪਾਲੀ ਜਾਣਾ ਕੋਈ ਇਹ ਸਿਆਣਪ ਨਹੀਂ, ਇਹ ਸਿਆਣਪਾਂ ਵਾਲੀ ਗੱਲ ਨਹੀਂ। ਅਖੀਰ ਫਤਵਾ ਜਾਰੀ ਕੀਤਾ ਗਿਆ ਤੇ 26 ਦਸੰਬਰ ਨੂੰ ਸ਼ਾਮ ਨੂੰ ਬੱਚੇ ਮਾਤਾ ਜੀ ਕੋਲ ਪਹੁੰਚਾਏ ਗਏ। ਸਾਰੀ ਗੱਲ ਮਾਤਾ ਜੀ ਨੂੰ ਜਾ ਕੇ ਦੱਸੀ। 26 ਦਸੰਬਰ ਦਾ ਦਿਨ ਬਤੀਤ ਹੋਇਆ, 26 ਦਸੰਬਰ ਦੀ ਰਾਤ ਬਤੀਤ ਹੋਈ, ਅੰਮ੍ਰਿਤ ਵੇਲਾ ਹੋਇਆ ਤੇ ਮਾਤਾ ਜੀ ਨੇ ਉਸੇ ਤਰੀਕੇ ਨਾਲ ਅੰਮ੍ਰਿਤ ਵੇਲੇ ਨੂੰ ਸਾਂਭਿਆ ਹੈ, ਬਾਣੀ ਪੜ੍ਹੀ ਹੈ, ਬੱਚਿਆਂ ਨੂੰ ਸੁਣਾਈ ਹੈ ਤੇ ਫਿਰ ਬੱਚਿਆਂ ਨੂੰ ਲੈਣ ਵਾਸਤੇ ਸਿਪਾਹੀ ਆਏ ਹਨ, ਕਿਉਂਕਿ ਹੁਣ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਨਾ ਹੈ। ਫਤਵਾ ਜਾਰੀ ਹੋ ਚੁੱਕਾ ਹੈ ਤੇ ਜਦੋਂ ਬੱਚਿਆਂ ਨੂੰ ਲੈਣ ਵਾਸਤੇ ਆਏ ਹਨ, ਉਸ ਵਕਤ ਅੱਲਾ ਜਾਰਖਾ ਜੋਗੀ ਲਿਖਦਾ ਹੈ ਕਿ ਦਾਦੀ ਮਾਂ ਨੇ, ਮਾਤਾ ਗੁਜਰ ਕੌਰ ਜੀ ਨੇ ਆਪਣੇ ਬੱਚਿਆਂ ਨੂੰ ਗੱਲ ਕਹੀ ਤੇ ਉਹਨੇ ਆਪਣੀ ਕਲਮ ਦੇ ਨਾਲ ਰਸ ਭਰਦਿਆਂ ਹੋਇਆ ਲਿਖਿਆ ਹੈ। ਉਹ ਲਿਖਦਾ ਹੈ, ਬੇਟਾ आओ जाने से पहले गले लगा तो लऊं, केसों को कंघी करके मुंह को दला तो लऊं, निक्के से सिरों पे कलगी को सजा तो लऊं, मरने से पहले तुम्हें दुल्हा बना तो लऊं। माता जी कहते बच्चिओ तुसी मेरे कोल आओ, ਤੁਹਾਨੂੰ ਮੈਂ ਗਲੇ ਨਾਲ ਲਾਵਾਂ, ਤੁਹਾਡੇ ਕੇਸਾਂ ਦੇ ਵਿੱਚ ਕੰਘੀ ਕਰਕੇ ਤੁਹਾਡੇ ਮੂੰਹ ਨੂੰ ਮੈਂ ਧੋਵਾਂ, ਤੁਹਾਡੇ ਸਿਰਾਂ ਤੇ ਕਲਗੀ ਲਾਵਾਂ, ਤਾਂ ਜੋ ਤੁਹਾਨੂੰ ਮੌਤ ਵਿਆਉਣ ਵਾਸਤੇ ਮੈਂ ਲਾੜਾ ਬਣਾ ਸਕਾਂ। ਕਿਉਂਕਿ ਆਪਾਂ ਜਾਣਦੇ ਹਾਂ ਦੁਨਿਆਵੀ ਤੌਰ ਤੇ ਇੱਕ ਰਸਮ ਹੈ, ਵੱਖ-ਵੱਖ ਧਰਮਾਂ ਦੇ ਵਿੱਚ ਕੋਈ ਨਿਕਾਹ ਕਹਿੰਦਾ, ਕੋਈ ਵਿਆਹ ਕਹਿੰਦਾ ਤੇ ਅਸੀਂ ਆਨੰਦ ਕਾਰਜ ਕਹਿੰਦੇ ਹਾਂ। ਤੇ ਜਦੋਂ ਲਾੜਾ ਤਿਆਰ ਹੋ ਕੇ ਜਾਂਦਾ ਹੈ, ਉਹ ਕਲਗੀ ਲਾਉਂਦਾ ਹੈ, ਉਹ ਸਿਹਰਾ ਲਾਉਂਦਾ ਹੈ। ਹਾਲਾਂਕਿ ਗੁਰਮਤਿ ਅਨੁਸਾਰ ਜਿਹੜੀਆਂ ਇਹ ਦੋਵੇਂ ਰਸਮਾਂ ਹਨ, ਇਹ ਸਾਡੀਆਂ ਨੇ, ਇਹ ਇਸਲਾਮ ਧਰਮ ਦੇ ਵਿੱਚੋਂ ਆਈਆਂ ਹਨ, ਪਰ ਉਹ ਵਿਚਾਰ ਆਪਾਂ ਫਿਰ ਕਿਸੇ ਦਿਨ ਕਰਾਂਗੇ। ਦੁਨਿਆਵੀ ਤੌਰ ਤੇ ਆਪਾਂ ਲਾੜਾ ਤਿਆਰ ਹੋ ਕੇ ਜਾਂਦਾ ਹੈ ਤਾਂ ਜੋ ਅਗਲੇ ਦੀ ਕੁੜੀ ਨੂੰ ਵਿਆਹ ਕੇ ਲਿਆਇਆ ਜਾ ਸਕੇ। ਇਸੇ ਤਰੀਕੇ ਨਾਲ ਮਾਤਾ ਜੀ ਕਹਿੰਦੇ ਹਨ, ਮਰਨੇ ਸੇ ਪਹਿਲੇ ਤੁਮੇ ਦੁਲਹਾ ਬਣਾ ਤੋ ਲਊਂ, ਤੁਸੀਂ ਮੌਤ ਨੂੰ ਵਿਆਹੁਣ ਜਾਣਾ ਵਾ ਤੇ ਮੌਤ ਨੂੰ ਵਿਆਹੁਣ ਤੋਂ ਪਹਿਲਾਂ ਮੈਂ ਤੁਹਾਨੂੰ ਤਿਆਰ ਤੇ ਕਰ ਲਵਾਂ। ਬੱਚਿਆਂ ਨੂੰ ਗਲੇ ਦੇ ਨਾਲ ਲਾਇਆ, ਉਹਨਾਂ ਨੂੰ ਸਿਪਾਹੀ ਲੈ ਕੇ ਤੁਰੇ ਹਨ ਤੇ ਇਤਿਹਾਸ ਕਹਿੰਦਾ ਹੈ 13 ਪੋਹ ਦਾ ਦਿਨ ਹੈ, 27 ਦਸੰਬਰ ਹੈ ਅਤੇ ਬੱਚਿਆਂ ਨੂੰ ਫਿਰ ਜਿਹੜਾ ਇੱਕ ਵਾਰੀ ਕਚਹਿਰੀ ਦੇ ਵਿੱਚ ਖੜਿਆ ਗਿਆ ਹੈ ਤਾਂ ਜੋ ਹੋ ਸਕਦਾ ਕਿ ਇਹ ਮੌਤ ਤੋਂ ਡਰਦੇ ਹੋਏ ਆਪਣੇ ਵਿਚਾਰ ਬਦਲ ਲੈਣ ਤੇ ਸਾਡੇ ਧਰਮ ਨੂੰ ਤਬਦੀਲ ਕਰ ਲੈਣ। ਉਸ ਵਕਤ ਇਹਨਾਂ ਨੂੰ ਫਿਰ ਜਿਹੜਾ ਧਰਮ ਬਦਲਣ ਵਾਸਤੇ ਤੇ ਜੀਣ ਦਾ ਮੌਕਾ ਦਿੱਤਾ ਗਿਆ ਹੈ। ਪਰ ਉੱਥੇ ਗੱਜ ਕੇ ਛੋਟੇ ਸਾਹਿਬਜ਼ਾਦਿਆਂ ਨੇ ਕਿ ਪਹਿਲਾ ਮਰਨ ਕਬੂਲ, जीवन की छड़ आस, हो सबना की रेणुका, तो आओ हमारे पास कबीर, मोहि मरने का चाव है, मरूं ता हर के द्वार, मत हर पूछे कौन है परा हमारे बार। मैनू मरन दा शौक है, सानू मरन दा शौक है, सानू जीन दा कोई शौक नहीं है, क्योंकि यह गुरु नानक दे घर दा सिद्धांत है। जिन्ने इस रस्ते ते तुरना है, जिन्ने गुरु नानक दे बचना दी कमाई करनी है ਜਾਂ जिन्ने रब ਨੂੰ ਪਾਉਣਾ ਹੈ ਤਾਂ ਉਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਪਹਿਲਾਂ ਉਹਨੂੰ ਜੀਵਨ ਨੂੰ ਤਿਆਗਣਾ ਪਵੇਗਾ ਤੇ ਮੌਤ ਨੂੰ ਗਲ ਲਾਉਣਾ ਪਵੇਗਾ। ਤੇ ਉਹ ਮੌਤ ਦਾ ਜ਼ਿਕਰ ਸਤਿਗੁਰੂ ਜੀ ਨੇ ਬਾਣੀ 'ਚ ਕੀਤਾ ਹੈ। ਉਹ ਕਿਹੜੀ ਮੌਤ ਨੂੰ ਗਲੇ ਲਾਉਣਾ ਹੈ? ਸਤਿਗੁਰੂ ਜੀ ਕਹਿੰਦੇ ਸ਼ਬਦ ਮਰਹੋ ਫਿਰ ਜੀਵ ਹੋ ਸਦਹੀ, ਤਾਂ ਫਿਰ ਮਰਨਾ ਹੋਈ। ਜਿਹੜਾ ਇਸ ਸ਼ਬਦ ਰੂਪੀ ਮੌਤ ਵਿੱਚ ਮਰ ਜਾਂਦਾ ਹੈ ਉਹ ਜਿਹੜਾ ਜਿੰਦਾ ਹੁੰਦਾ ਹੈ ਤੇ ਉਹਨੂੰ ਫਿਰ ਕਦੇ ਵੀ ਮੌਤ ਨਹੀਂ ਆਉਂਦੀ, ਕਿਉਂਕਿ ਦੁਨਿਆਵੀ ਮੌਤ ਆਉਣੀ ਹੈ ਸਾਰਿਆਂ ਤੇ, ਪਰ ਆਤਮਿਕ ਮੌਤ ਵਿੱਚੋਂ ਨਿਕਲ ਕੇ ਜਿਹੜਾ ਸ਼ਬਦ ਮੌਤ ਵਿੱਚ ਮਰ ਜਾਂਦਾ ਹੈ ਉਹਨੂੰ ਸਦੀਵੀ ਕਾਲ ਜੀਵਨ ਮਿਲਦਾ ਹੈ। ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦੇ ਮੁਤਾਬਕ
ਤਿੰਨ ਤਰੀਕਿਆਂ ਦੀ ਮੌਤ ਹੈ। ਮਨੁੱਖ ਨੂੰ ਸਤਿਗੁਰੂ ਨੇ ਤਿੰਨ ਮੌਤ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੀਤਾ ਹੈ। ਪਹਿਲੀ ਮੌਤ ਉਹ ਹੈ ਜਿਹਦੇ ਬਾਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਹਨ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਜਾਂ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਅਣਕ ਯਤਨ ਕਰ ਕਾਲ ਸੰਤਾਏ ਮਰਨ ਲਖਾਏ ਮੰਡਲ ਮੈਂ ਆਏ। ਕਿਉਂਕਿ ਇਹ ਜਿਹੜੀ ਮੌਤ ਭਾਵੇਂ ਮਨੁੱਖ ਹੈ ਤੇ ਭਾਵੇਂ ਪ੍ਰਮਾਤਮਾ ਦੇ ਵੱਲੋਂ ਜੋ ਕੁਝ ਵੀ ਪੈਦਾ ਕੀਤਾ ਗਿਆ ਹੈ, ਉਹਦੇ ਉੱਤੇ ਪ੍ਰਮਾਤਮਾ ਨੇ ਇਹ ਮੌਤ ਦਾ ਨਿਯਮ ਜਿਹੜਾ ਲਾਗੂ ਕੀਤਾ ਹੈ। ਤੇ ਜਿਉਂ ਜਿਉਂ ਔਧ ਘਟੈ ਦਿਨ ਸਰੈ ਨਾਰੇ ਮਨ, ਗੁਰਮਿਲ ਕਾੜ ਸਵਾਰੇ। ਜਿਹੜੀ ਮੌਤ ਦੇ ਜਿਹੜੀ ਮਨੁੱਖ ਦੀ ਜਿਹੜੀ ਉਮਰ ਹੈ ਉਹ ਘਟਦੀ ਜਾ ਰਹੀ ਹੈ। ਕੱਲੀ ਮਨੁੱਖ ਦੀ ਉਮਰ ਨਹੀਂ, ਸਤਿਗੁਰੂ ਜੀ ਨੇ ਤੇ ਇੱਥੋਂ ਤੱਕ ਕਿਹਾ, ਘਟੰਤ ਦੋ ਦੀਪਾਂ ਘਟੰਤ ਰੂਪ ਘਟੰਤ ਸਸਿਅਰ ਨਵ ਨਛੱਤਰ ਗਗਨ ਹੈ। ਕਹਿੰਦੇ ਚੰਦਰਮਾ ਸੂਰਜ ਆਕਾਸ਼ ਪਹਾੜ ਰੂਪ ਧਰਤੀ ਜੋ ਕੁਝ ਵੀ ਸਿਰਜਿਆ ਉਹਨਾਂ ਸਾਰਿਆਂ ਦੀ ਉਮਰ ਜਿਹੜੀ ਉਹ ਘਟ ਰਹੀ ਹੈ। ਤੇ ਇਹ ਜਿਹੜੀ ਉਹ ਮੌਤ ਹੈ ਜਿਹੜੀ ਸਦੀਵੀ ਕਾਲ ਮੌਤ ਹੈ, ਪ੍ਰਮਾਤਮਾ ਦੇ ਹੁਕਮ ਵਿੱਚ ਇਹ ਮੌਤ ਆਉਣੀ ਹੀ ਆਉਣੀ ਹੈ। ਤੇ ਇਸ ਮੌਤ ਤੋਂ ਨਾ ਤਾਂ ਅੱਜ ਤੱਕ ਕੋਈ ਬਚਿਆ ਹੈ ਤੇ ਨਾ ਹੀ ਇਸ ਮੌਤ ਤੋਂ ਕੋਈ ਬਚ ਸਕਦਾ ਹੈ, ਕਿਉਂਕਿ ਇਹ ਮੌਤ ਸਾਰਿਆਂ ਦੇ ਘਰ ਸਦਾ ਆਉਣਾ ਹੀ ਆਉਣਾ ਹੈ। ਦੂਸਰੀ ਮੌਤ ਹੈ ਆਤਮਿਕ ਮੌਤ, ਜ਼ਮੀਰ ਦੀ ਮੌਤ, ਇਨਸਾਨੀਅਤ ਦੀ ਮੌਤ। ਤੇ ਇਹ ਮੌਤ ਸਤਿਗੁਰੂ ਜੀ ਕਹਿੰਦੇ ਮਨੁੱਖ ਜਿਹੜਾ ਹੈ ਪਰਮਾਤਮਾ ਦੇ ਵੱਲੋਂ ਆਪਣੀ ਸੁਰਤ ਕਰਕੇ ਜਿਹੜਾ ਮਰਿਆ ਹੋਇਆ ਹੈ। ਤੇ ਇਹ ਮੌਤ ਮਨੁੱਖ ਉਸ ਦਿਨ ਮਰਿਆ ਸੀ ਜਿਸ ਦਿਨ ਮਨੁੱਖ ਦਾ ਜਨਮ ਹੋਇਆ ਸੀ, ਕਿਉਂਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਮਨੁੱਖ ਦਾ ਜਨਮ ਜਿਹੜਾ ਹੋਇਆ ਉਦੋਂ ਮਨੁੱਖ ਇਹ ਆਤਮਿਕ ਮੌਤ ਮਰਿਆ ਹੈ, ਕਿਉਂਕਿ ਜਿਸ ਵਕਤ ਮਨੁੱਖ ਦਾ ਆਕਾਰ ਮਾਂ ਦੇ ਪੇਟ ਵਿੱਚ ਬਣ ਰਿਹਾ ਹੈ ਉਸ ਵਕਤ ਮਨੁੱਖ ਦੀ ਸੁਰਤ ਜਿਹੜੀ ਹੈ ਉਹ ਰੱਬ ਨਾਲ ਜੁੜੀ ਹੋਈ ਹੈ। ਇਹ ਮੈਂ ਨਹੀਂ ਕਹਿ ਰਿਹਾ, ਸਤਿਗੁਰੂ ਜੀ ਦੇ ਬਾਣੀ ਵਿੱਚ ਲਿਖਿਆ, ਜਾ ਜੁਗ ਮਹਿ ਏਕੇ ਕੋ ਆਇਆ ਜਨਮਤ ਮੋਹਿਓ ਮੋਹਨੀ ਮਾਇਆ ਗਰਭ ਕੁੰਟ ਮੈਂ ਉਰਦ ਤਪ ਕਰਤੇ। ਮਾਂ ਦੇ ਪੇਟ ਵਿੱਚ ਪੁੱਠਾ ਲਟਕਿਆ ਹੋਇਆ ਹੈ ਤੇ ਉਲਟਾ ਲਟਕ ਕੇ ਸੁਰਤ ਦੇ ਰਾਹੀਂ ਰੱਬ ਨਾਲ ਜੁੜਿਆ ਹੋਇਆ ਹੈ। ਉੱਥੇ ਜਿਹੜੀ ਆਤਮਿਕ ਮੌਤ ਨਹੀਂ, ਪਰ ਆਤਮਿਕ ਮੌਤ ਹੋਈ ਕਦੋਂ? ਜਦੋਂ ਮਨੁੱਖ ਦਾ ਜਨਮ ਹੋਇਆ, ਲਿਵ ਛੁੜਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਉਦੋਂ ਮਨੁੱਖ ਰੱਬ ਨੂੰ ਟੁੱਟ ਗਿਆ। ਤੇ ਜਦੋਂ ਰੱਬ ਨੂੰ ਟੁੱਟ ਗਿਆ ਫਿਰ ਤ੍ਰਿਸ਼ਨਾ ਨੇ ਅਜਿਹਾ ਪ੍ਰਭਾਵ ਪਾਇਆ, ਪ੍ਰਮਾਤਮਾ ਦੀ ਮਾਇਆ ਵੱਲੋਂ ਅਜਿਹਾ ਪ੍ਰਭਾਵ ਪਿਆ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਨੁੱਖ ਨੂੰ ਚਾਰ ਚੀਜ਼ਾਂ ਚੇਤੇ ਰਹਿ ਗਈਆਂ ਅਤੇ ਮੌਤ ਤੇ ਰੱਬ ਜਿਹੜਾ ਉਹ ਵਿਸਰ ਗਿਆ। ਇਹ ਆਤਮਿਕ ਮੌਤ ਹੈ। ਉਹ ਚਾਰ ਚੀਜ਼ਾਂ ਕਿਹੜੀਆਂ ਹਨ? ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਸਤਿਗੁਰੂ ਕਹਿੰਦੇ ਆ ਆਤਮਿਕ ਮੌਤ ਹੈ, ਜਿਹਨੂੰ ਰੱਬ ਭੁੱਲ ਗਿਆ, ਜਿਹਨੂੰ ਪ੍ਰਮਾਤਮਾ ਦੀ ਯਾਦ ਵਿਸਰ ਗਈ, ਜਿਹਦੇ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੈ, ਜਿਹਦੇ ਅੰਦਰੋਂ ਮਨੁੱਖਤਾ ਦੇ ਲਈ ਭਲਾ ਕਰਨਾ ਮੁੱਕ ਚੁੱਕਿਆ ਹੈ, ਉਹ ਮਨੁੱਖ ਜਿਹੜਾ ਹੈ ਆਤਮਿਕ ਮੌਤ ਮਰਿਆ ਹੋਇਆ ਹੈ। ਤੀਸਰੀ ਮੌਤ ਹੈ ਸ਼ਬਦ ਵਿੱਚ ਮਰਨ ਦੀ ਮੌਤ, ਭਾਵ ਕਿ ਨਾਮ ਦੇ ਵਿੱਚ ਮਰਨ ਦੀ ਮੌਤ। ਜਿਹੜਾ ਮਨੁੱਖ ਸੁਰਤ ਕਰਕੇ ਆਪਣੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਨੂੰ ਜੋੜ ਲੈਂਦਾ ਹੈ, ਉਹ ਮਨੁੱਖ ਜਿਹੜਾ ਵਾ ਸਦੀਵੀ ਕਾਲ ਜਿਹੜਾ ਵਾ ਜਿੰਦਾ ਹੈ। ਤੇ ਇਸ ਮੌਤ ਵਿੱਚ ਮਰਨਾ ਜਿਹੜਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਨਨੇ ਸਦੀਵੀ ਕਾਲ ਜੀਣਾ ਹੈ ਉਹਦੇ ਵਾਸਤੇ ਸ਼ਬਦ ਵਿੱਚ ਮਰੂਗਾ ਤੇ ਫਿਰ ਹੀ ਸਦੀਵੀ ਕਾਲ ਜੀਵੇਗਾ। ਤੇ ਜੇ ਮਨੁੱਖ ਕਵੇ ਕਿ ਸ਼ਬਦ ਵਿੱਚ ਮਰਨ ਤੋਂ ਬਿਨਾਂ ਮੈਂ ਸਦੀਵੀ ਕਾਲ ਜੀਵਾਂਗਾ, ਤਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਕਹਿੰਦੇ ਜਿਹੜਾ ਇਸ ਮੌਕੇ ਨੂੰ ਗਵਾ ਗਿਆ ਉਹ ਕਦੀ ਵੀ ਜਿਹੜਾ ਸਦੀਵੀ ਕਾਲ ਨਹੀਂ ਜੀਵੇਗਾ, ਸਗੋਂ ਉਹ ਤੇ ਆਏ ਜਾਏ ਦੁੱਖ ਪਾਏਂਦਾ। ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਮ ਜਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ ਲੰਮੈ। ਕਿਉਂਕਿ ਇਹ ਉਹ ਅਵਸਥਾ ਹੈ ਜਿਹਨੂੰ ਆਪਾਂ 84 ਲੱਖ ਜੂਨਾਂ ਦਾ ਚੱਕਰ ਕਹਿੰਦੇ ਹਾਂ। ਜਿਹੜਾ ਮਨੁੱਖ ਸ਼ਬਦ ਵਿੱਚ ਨਹੀਂ ਮਰਿਆ ਉਹਦੇ ਵਾਸਤੇ ਇਹ ਹੈ, ਤੇ ਜਿਹੜਾ ਸ਼ਬਦ ਵਿੱਚ ਮਰ ਗਿਆ ਉਹਦੇ ਵਾਸਤੇ ਨਾਲ ਸਤਿਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ, ਸਤਿਗੁਰੂ ਜੀ ਦਾ ਉਹ ਬਚਨ ਹੈ, ਜਿਉ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ।
नानक प्रभ कै सद कुर्बान सूरज किरण मिले जल का जल हुआ राम ज्योति जोत रली संपूर्ण थिया राम। आ जिहड़ी शब्द विच मरना मौत है, जिन्हों मरना बहुत जरूरी है, ते छोटे साहिबजादे इस मौत दे विच मरे हुए हन, शब्द रूपी मौत विचों मरे हन, जिहदे करके उन्हां दे अंदर इंसानियत भी है, उन्हां दे अंदर धर्म भी बरकरार है, उन्हां दी जमीर भी नहीं मरी हुई, ते ओ जिहड़े इनकलाब वांगू इनकलाबी सुभाਅ दे नाल जुल्म दा डट के मुकाबला करदे हन, जिन्हों सतगुर जी बाणी विच कहिंदे हन, भै काहू को देतन है नह पै मानत आन। आ ਜਿਹੜੀ है इनकलाबी सोच, ਜਿਹਨੂੰ ਸਤਿਗੁਰੂ ਸ਼ਬਦ ਰੂਪੀ ਮੌਤ ਕਿਹਾ ਗਿਆ ਹੈ। ਦੋਵੇਂ ਬੱਚਿਆਂ ਨੂੰ 13 ਪੋਹ ਵਾਲੇ ਦਿਨ 27 ਦਸੰਬਰ ਨੂੰ ਫਿਰ ਪੁੱਛਿਆ ਗਿਆ, ਤੇ ਬੱਚਿਆਂ ਨੇ ਡਟ ਕੇ ਜਵਾਬ ਦਿੰਦਿਆਂ ਹੋਇਆਂ ਇਹੋ ਕਿਹਾ ਕਿ ਸਾਨੂੰ ਮੌਤ ਕਬੂਲ ਹੈ, ਪਰ ਤੁਹਾਡੇ ਧਰਮ ਦੇ ਵਿੱਚ ਨਹੀਂ ਆਵਾਂਗੇ। ਤੁਸੀਂ ਜਿੱਦਾਂ ਵੀ ਸਾਨੂੰ ਜਿਹੜਾ ਵਾ ਤਸੀਹੇ ਦੇਣੇ ਚਾਹੁੰਦੇ ਜੇ ਉਹ ਦੇ ਸਕਦੇ ਜੇ, ਪਰ ਤੁਹਾਡੀ ਗੱਲ ਮੰਨਣ ਵਾਸਤੇ ਅਸੀਂ ਤਿਆਰ ਨਹੀਂ। ਛੋਟੇ ਬੱਚਿਆਂ ਨੂੰ ਹੁਣ ਉਸ ਜਗ੍ਹਾ ਤੇ ਲਿਆਂਦਾ ਗਿਆ ਜਿਸ ਜਗ੍ਹਾ ਤੇ ਨੀਹਾਂ ਵਿੱਚ ਚਿਣਨਾ ਹੈ, ਪਰ ਛੋਟੇ ਬੱਚਿਆਂ ਨੂੰ ਚਿਣਨ ਵਾਸਤੇ ਹੁਣ ਕੋਈ ਤਿਆਰ ਨਹੀਂ ਹੈ। ਨਾ ਕੋਈ ਰਾਜਗੀਰੀ ਮਿਸਤਰੀ ਤਿਆਰ ਹੈ, ਨਾ ਕੋਈ ਦਿਹਾੜੀਦਾਰ ਤਿਆਰ ਹੈ, ਤੇ ਨਾ ਕੋਈ ਹੋਰ ਮਨੁੱਖ ਅੱਗੇ ਆਉਣ ਨੂੰ ਤਿਆਰ ਹੈ, ਕਿਉਂਕਿ ਅਜਿਹਾ ਪਾਪ ਕਮਾਵੇ ਤੇ ਕਮਾਵੇ ਕੌਣ। ਛੋਟੇ ਬੱਚਿਆਂ ਨੂੰ ਜਿੰਦਿਆਂ ਨੀਂਹ ਵਿੱਚ ਚਿਣਨ ਵਾਸਤੇ ਕੋਈ ਵੀ ਜਿਹੜਾ ਤਿਆਰ ਨਹੀਂ ਹੈ, ਜਿਸ ਕਰਕੇ ਸਤਿਗੁਰੂ ਜੀ ਦੇ ਇੱਕ ਬਚਨ ਬਾਣੀ ਵਿੱਚ ਕਿਹਾ ਹੈ ਕਿ ਮਨੁੱਖ ਤੈਨੂੰ ਪ੍ਰਮਾਤਮਾ ਨੇ ਸੁਰਤ ਦਿੱਤੀ ਹੈ, ਤੇ ਉਸ ਸੁਰਤ ਨੂੰ ਜਿਹਨੂੰ ਬੁੱਧੀ ਵੀ ਕਿਹਾ ਜਾਂਦਾ ਹੈ, ਅਕਲ ਵੀ ਕਿਹਾ ਜਾਂਦਾ ਹੈ, ਕਿ ਉਸ ਅਕਲ ਦਾ ਇਸਤੇਮਾਲ ਕਰਦਿਆਂ ਹੋਇਆ ਗੱਲ ਕਰਨ ਤੋਂ ਪਹਿਲਾਂ ਜਾਂ ਕਰਮ ਕਰਨ ਤੋਂ ਪਹਿਲਾਂ 100 ਵਾਰੀ ਸੋਚ ਲਈ ਕਿ ਇਸ ਕਰਮ ਦਾ ਨਤੀਜਾ ਕੀ ਹੋਵੇਗਾ। ਹਾਂ, ਜੇ ਤੇ ਭਲਾਈ ਵਾਲਾ ਕਰਮ ਹੈ, ਸਤਿਗੁਰੂ ਜੀ ਕਹਿੰਦੇ ਉਹਦੇ ਬਾਰੇ ਕਦੀ ਨਾ ਸੋਚੀ, ਕਿਉਂਕਿ ਭਲਾਈ ਵਾਲੇ ਕਰਮ ਕਰਨ ਵਾਸਤੇ ਕਦੀ ਸੋਚੇਦਾ ਨਹੀਂ ਹੁੰਦਾ, ਉਹ ਕੰਮ ਕਰੀਦਾ ਹੈ। ਪਰ ਜੇ ਬੁਰੇ ਕੰਮ ਕਰਨ ਵਾਸਤੇ ਤੈਨੂੰ ਜ਼ਿੰਦਗੀ 'ਚ ਮੌਕਾ ਮਿਲ ਰਿਹਾ ਹੈ, ਉਹਦੇ ਵਾਸਤੇ 100 ਵਾਰੀ ਸੋਚ ਲਈ, ਕਿਉਂਕਿ ਜੇ ਤੂੰ ਉਹ ਕੰਮ ਕਰ ਦਿੱਤਾ ਤਾਂ ਸਤਿਗੁਰੂ ਜੀ ਕਹਿੰਦੇ ਫਿਰ ਪਛਤਾਉਣ ਤੋਂ ਇਲਾਵਾ ਤੈਨੂੰ ਕੁਝ ਨਹੀਂ ਮਿਲਣਾ, ਤੇ ਉਸ ਕਰਮ ਦਾ ਨਤੀਜਾ ਤੈਨੂੰ ਭੁਗਤਣਾ ਹੀ ਪੈਣਾ, ਕਿਉਂਕਿ ਇਹ ਕਰ ਕਰੇ ਸੋ ਇਹ ਕਰ ਪਾਏ। ਸਤਿਗੁਰੂ ਜੀ ਕਹਿੰਦੇ ਇੱਕ ਹੱਥ ਨਾਲ ਪਾਪ ਕਰੇਗਾ ਤੇ ਦੂਜੇ ਹੱਥ ਨਾਲ ਪਾਪ ਦਾ ਨਤੀਜਾ ਭੁਗਤਣ ਵਾਸਤੇ ਤਿਆਰ ਹੋ ਜਾਏ, ਕਿਉਂਕਿ ਇਹ ਨਹੀਂ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ ਕਿ ਬੀਜੈ ਮਿਕ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ। ਸਤਿਗੁਰੂ ਜੀ ਕਹਿੰਦੇ ਇਹ ਪ੍ਰਮਾਤਮਾ ਦੇ ਘਰ ਦੀ ਰੀਤ ਨਹੀਂ ਹੋ ਕਿ ਜੇ ਤੂੰ ਜ਼ਹਿਰ ਬੀਜੇਗਾ ਤੇ ਤੈਨੂੰ ਅੰਮ੍ਰਿਤ ਮਿਲੇਗਾ, ਜੇ ਅੰਮ੍ਰਿਤ ਬੀਜੇਗਾ ਤੇ ਤੈਨੂੰ ਜ਼ਹਿਰ ਮਿਲ ਜਾਵੇਗਾ। ਜੋ ਬੀਜੇਗਾ ਮਿਲਣਾ ਤੈਨੂੰ ਉਹੋ ਹੀ ਹੋ। ਜੇ ਜ਼ਹਿਰ ਬੀਜ ਰਿਹਾ ਵਾ ਤੇ ਤੈਨੂੰ ਜ਼ਹਿਰ ਹੀ ਮਿਲੇਗਾ, ਜੇ ਅੰਮ੍ਰਿਤ ਬੀਜ ਰਿਹਾ ਵਾ ਤੇ ਫਿਰ ਅੰਮ੍ਰਿਤ ਹੀ ਮਿਲੇਗਾ, ਕਿਉਂਕਿ ਇਹ ਪ੍ਰਮਾਤਮਾ ਦੇ ਘਰ ਦਾ ਦਸਤੂਰ ਹੈ, ਤੇ ਪ੍ਰਮਾਤਮਾ ਦੇ ਘਰ ਦੇ ਦਸਤੂਰ ਨੂੰ ਨਾ ਕੋਈ ਖਰੀਦ ਸਕਦਾ ਹੈ ਤੇ ਨਾ ਹੀ ਜਿਹੜਾ ਉਹਨਾਂ ਅਸੂਲਾਂ ਨੂੰ ਕੋਈ ਬਦਲ ਸਕਦਾ ਹੈ। ਜਿਸ ਕਰਕੇ ਹੁਣ ਛੋਟੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਨ ਵਾਸਤੇ ਕੋਈ ਤਿਆਰ ਨਹੀਂ ਹੋ ਰਿਹਾ, ਤੇ ਉਸ ਵਕਤ ਦੋ ਭਰਾ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਆਉਂਦਾ ਸ਼ਾਸਲ ਬੇਗ ਤੇ ਬਾਸ਼ਲ ਬੇਗ, ਇਹਨਾਂ ਦਾ ਉੱਤੇ ਜਿਹੜਾ ਹੈ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ ਇਸ ਸੂਬੇ ਸਰਹੱਦ ਦੀ ਕਚਹਿਰੀ ਦੇ ਵਿੱਚ। ਇਹ ਦੋਵੇਂ ਉਸ ਵਕਤ ਆਏ ਹੋਏ ਨੇ ਆਪਣੀ ਤਰੀਕ ਭੁਗਤਣ ਵਾਸਤੇ, ਪੇਸ਼ੀ ਸੀ ਇਹਨਾਂ ਦੀ। ਤੇ ਜਿਸ ਵਕਤ ਇਹਨਾਂ ਤੱਕ ਇਹ ਖਬਰ ਆਈ ਕਿ ਜੇ ਕੋਈ ਛੋਟੇ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਦਵੇਗਾ ਉਹਨੂੰ ਇਨਾਮ ਮਿਲੇਗਾ ਜਾਂ ਉਹਨੂੰ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਣਗੀਆਂ, ਤੇ ਇਹਨਾਂ ਦੋਵਾਂ ਭਰਾਵਾਂ ਨੇ ਆਪਸ ਵਿੱਚ ਵਿਚਾਰ ਕੀਤੀ ਕਿ ਜੇ ਆਪਾਂ ਵਜ਼ੀਰ ਖਾਨ ਨੂੰ ਇਹ ਕਹੀਏ ਕਿ ਅਸੀਂ ਇਹ ਕੰਮ ਕਰ ਦਿੰਨੇ ਆ, ਬਸ ਤੂੰ ਸਾਡੇ ਜਿਹੜੇ ਮੁਕੱਦਮੇ ਜਾਂ ਸਾਡੇ ਉੱਤੇ ਜਿੰਨੇ ਕੇਸ ਦਰਜ ਹਨ, ਜੇ ਅੱਜ ਦੇ ਪਾਸੇ ਜਿੰਨੇ ਪਰਚੇ ਦਰਜ ਹਨ ਉਹਨਾਂ ਨੂੰ ਰੱਦ ਕਰ ਦੇ ਕਿ ਇਹ ਜਿਹੜਾ ਕੰਮ ਅਸੀਂ ਕਰ ਦਵਾਂਗੇ। ਤੇ ਮਨੁੱਖ ਦਾ ਇੱਕ ਸੁਭਾਅ ਆਪਣੇ ਸਵਾਰਥ ਵਾਸਤੇ ਸਤਿਗੁਰੂ ਜੀ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣੇ ਆਪ ਨਾ ਤੇ ਸੋਗ ਵਜੋਗ ਸੰਤਾਪ। ਕਿਉਂਕਿ ਜਿਹੜਾ ਸਵਾਰਥੀ ਬੰਦਾ ਹੈ ਉਹਨੇ ਆਪਣਾ ਸਵਾਰਥ ਕੱਢਣ ਵਾਸਤੇ ਪਾਪ ਕਰਨ ਤੋਂ ਵੀ ਉਹ ਗੁਰੇਜ਼ ਨਹੀਂ ਕਰੇਗਾ, ਉਹ ਚੱਟ ਪਾਪ ਕਰਨ ਵਾਸਤੇ ਤਿਆਰ ਹੋ ਜਾਵੇਗਾ।
ਪਰ ਜੇ ਸਵਾਰਥੀ ਬੰਦੇ ਨੂੰ ਇਹ ਕਿਹਾ ਜਾਵੇ ਕਿ ਤੂੰ ਜਿਹੜਾ ਚੰਗਾ ਕੰਮ ਕਰ ਲਾ ਪਰ ਉਹਦੇ ਵਿੱਚ ਫਾਇਦਾ ਤੇਰਾ ਕੋਈ ਨਹੀਂ ਹੋਣਾ, ਤੇ ਉਹਨੇ ਕਹਿਣਾ ਨਾ ਭਾਈ ਜੇ ਮੇਰਾ ਫਾਇਦਾ ਕੋਈ ਨਹੀਂ ਹੋਣਾ ਤਾਂ ਚੰਗਾ ਕੰਮ ਕਰਕੇ ਕੀ ਲੈਣਾ, ਮੈਂ ਫਿਰ ਮਾੜਾ ਕੰਮ ਹੀ ਕਰਾਂਗਾ। ਹੁਣ ਇਹਨਾਂ ਦੋਵਾਂ ਨੇ ਸਲਾਹ ਕੀਤੀ ਅਤੇ ਵਜ਼ੀਰ ਖਾਨ ਤੱਕ ਗੱਲ ਪਹੁੰਚੀ ਹੈ ਕਿ ਦੋ ਭਰਾਵਾਂ ਦੇ ਉੱਤੇ ਕਤਲ ਦਾ ਕੇਸ ਹੈ, ਕਈ ਮੁਕੱਦਮੇ ਵੀ ਉਹਨਾਂ ਦੇ ਚੱਲ ਰਹੇ ਹਨ। ਉਹ ਕਹਿੰਦੇ ਹਨ ਕਿ ਜੇ ਸਾਡੇ ਮੁਕੱਦਮੇ ਰੱਦ ਕਰ ਦਿੱਤੇ ਜਾਣ, ਸਾਨੂੰ ਬਰੀ ਕਰ ਦਿੱਤਾ ਜਾਵੇ, ਅਸੀਂ ਜਿਹੜਾ ਇਹਨਾਂ ਦੋਵਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣਨ ਵਾਸਤੇ ਤਿਆਰ ਹਾਂ। ਤਾਂ ਵਜ਼ੀਰ ਖਾਨ ਕਿਉਂਕਿ ਬੰਦਾ ਦੇ ਅੱਗੇ ਕੋਈ ਨਹੀਂ ਮਿਲ ਰਿਹਾ ਉਹਨਾਂ ਨੂੰ, ਨਾ ਕੋਈ ਦਿਹਾੜੀਦਾਰ ਆ ਰਿਹਾ ਹੈ, ਨਾ ਕੋਈ ਮਿਸਤਰੀ ਅੱਗੇ ਆ ਰਿਹਾ ਹੈ, ਤੇ ਵਜ਼ੀਰ ਖਾਨ ਜਿਹੜਾ ਉਹ ਚਾਹੁੰਦਾ ਸੀ ਕਿ ਛੇਤੀ ਤੋਂ ਛੇਤੀ ਇਹਨਾਂ ਦੋਵਾਂ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾਵੇ। ਜਿਸ ਕਰਕੇ ਵਜ਼ੀਰ ਖਾਨ ਕਹਿਣ ਲੱਗਾ ਜੇ ਉਹਨਾਂ ਨੂੰ ਕੇਸ ਹੀ ਰੱਦ ਕਰਾਉਣੇ ਹਨ, ਜੇ ਬਰੀ ਹੋਣੇ ਚਾਹੁੰਦੇ ਹਨ ਅਸੀਂ ਬਰੀ ਕਰ ਦੇਵਾਂਗੇ, ਉਹਨਾਂ ਦੇ ਸਾਰੇ ਮੁਕੱਦਮੇ ਹਟਾ ਦੇਵਾਂਗੇ, ਬਸ ਉਹਨਾਂ ਨੂੰ ਕਹੋ ਕਿ ਆ ਜਿਹੜਾ ਇਹਨਾਂ ਦੋਵਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਦਵੋ। ਜਦੋਂ ਨੀਹਾਂ ਵਿੱਚ ਚਿਣਨ ਵਾਸਤੇ ਦੋਵੇਂ ਤਿਆਰ ਹੋਏ, ਇਹਨਾਂ ਨੂੰ ਵੀ ਉਸ ਜਗ੍ਹਾ ਤੇ ਲਿਖੇ ਆਏ ਹਨ ਜਿੱਥੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਣਾ ਹੈ। ਤੇ ਜਦੋਂ ਚਿੰਨ ਲੱਗੇ ਹਨ ਅਤੇ ਇਹਨਾਂ ਦੋਵਾਂ ਨੇ ਜਿਹੜਾ ਫਿਰ ਉਹਨਾਂ ਨੂੰ ਇੱਕ ਵਾਰ ਬੱਚਿਆਂ ਨੂੰ ਪੁੱਛਿਆ ਹੈ, ਕਿਉਂਕਿ ਅਸਲ ਵਿੱਚ ਇਤਿਹਾਸਕਾਰ ਕਹਿੰਦੇ ਹਨ ਕਿ ਇਹ ਜਿਹੜੇ ਸ਼ਾਸਲ ਬੇਗ ਤੇ ਬਾਸ਼ਲ ਬੇਗ ਸਨ ਇਹ ਅਸਲ ਵਿੱਚ ਸੈਯਦ ਸਨ, ਕਿਉਂਕਿ ਇਸਲਾਮ ਧਰਮ ਦੇ ਵਿੱਚ ਇੱਕ ਜਲਾਦ ਉਹ ਹੁੰਦਾ ਹੈ ਜਿਹਨੇ ਛੋਟੇ ਮੋਟੇ ਕਤਲ ਕਰਨ ਵਾਲੇ ਜਾਂ ਚੋਰੀ ਕਰਨ ਵਾਲੇ, ਡਾਕਾ ਮਾਰਨ ਵਾਲੇ, ਛੋਟਾ ਮੋਟਾ ਅਪਰਾਧ ਕਰਨ ਵਾਲੇ ਨੂੰ ਸਜ਼ਾ ਦੇਣੀ ਹੋਵੇ ਤੇ ਆਮ ਜਿਹਾ ਜਿਹੜਾ ਵਾ ਉਹ ਜਲਾਦ ਸੱਦਿਆ ਜਾਂਦਾ ਹੈ। ਪਰ ਜਦੋਂ ਕਿਸੇ ਧਰਮ ਦੇ ਪਹਿਰਾ ਦੇਣ ਵਾਲੇ ਮਹਾਪੁਰਸ਼ ਬੰਦਗੀ ਕਰਨ ਵਾਲੇ ਨੂੰ ਸਜ਼ਾ ਦੇਣੀ ਹੋਵੇ ਤਾਂ ਉਸ ਵਕਤ ਜਿਹੜਾ ਆਮ ਜਲਾਦ ਨਹੀਂ ਇਸਲਾਮ ਧਰਮ ਦੇ ਵਿੱਚ ਵਰਤਿਆ ਜਾਵੇਗਾ, ਉਦੋਂ ਵਰਤਿਆ ਜਾਵੇਗਾ ਸੈਯਦ ਜਿਹੜਾ ਧਰਮ ਦੇ ਕੁਝ ਨੁਕਤਿਆਂ ਨੂੰ ਜਾਣਦਾ ਹੈ ਤੇ ਉਹ ਆਪਣੇ ਨੁਕਤਿਆਂ ਦੇ ਰਾਹੀਂ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦਾ। ਇਸੇ ਕਰਕੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਜਾਣ ਲੱਗਾ ਸੀ ਤੇ ਉਸ ਵਕਤ ਜਿਹੜਾ ਜਲਾਦ ਜਲਾਲੁਦੀਨ ਸੀ ਉਹ ਵੀ ਅਸਲ ਵਿੱਚ ਸੈਯਦ ਸੀ ਤੇ ਉਹਨੇ ਵੀ ਧਰਮ ਦੇ ਕਈ ਪ੍ਰਭਾਵਾਂ ਦੇ ਨਾਲ ਸਤਿਗੁਰੂ ਜੀ ਨੂੰ ਮਨਾਉਣ ਦਾ ਯਤਨ ਕੀਤਾ ਸੀ ਕਿ ਇਹ ਸਤਿਗੁਰੂ ਮੰਨ ਜਾਵੇ, ਪਰ ਸਤਿਗੁਰੂ ਜੀ ਨੇ ਪਹਿਰਾ ਦਿੱਤਾ। ਹੁਣ ਇਹ ਸੈਯਦ ਹਨ, ਦੋਵੇਂ ਜਾਣੇ ਇਤਿਹਾਸਕਾਰ ਮੰਨਦੇ ਹਨ ਕਿ ਸ਼ਾਸਲ ਬੇਗ ਬਾਸ਼ਲ ਬੇਗ ਇਹ ਦੋਵੇਂ ਸੈਯਦ ਹਨ ਅਤੇ ਇਹਨਾਂ ਨੇ ਜਿਹੜਾ ਧਰਮ ਦੇ ਨੁਕਤਿਆਂ ਰਾਹੀਂ ਬੱਚਿਆਂ ਨੂੰ ਮਨਾਉਣ ਦਾ ਯਤਨ ਕੀਤਾ ਹੈ, ਪਰ ਦੋਵੇਂ ਬੱਚੇ ਨਹੀਂ ਮੰਨੇ ਕਿਉਂਕਿ ਉਹਨਾਂ ਨੇ ਸਤਿਗੁਰੂ ਦੇ ਬਚਨਾਂ ਦੀ ਕਮਾਈ ਕਰਦਿਆਂ ਹੋਇਆ ਪਹਿਰਾ ਦੇ ਰਹੇ ਹਨ ਤੇ ਮੌਤ ਨੂੰ ਕਬੂਲ ਕਰ ਚੁੱਕੇ ਹਨ। ਅਖੀਰ ਫਿਰ ਇਹ ਦੋਵੇਂ ਜਾਣੇ ਨੀਹਾਂ ਵਿੱਚ ਚਿਣਨ ਦਾ ਜਿਹੜਾ ਉਹ ਯਤਨ ਕਰਦੇ ਹਨ ਤੇ ਅੱਲਾ ਜਾਰ ਖਾਂ ਜੋਗੀ ਲਿਖਦਾ ਹੈ ਜਿਸ ਵਕਤ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਨ ਦਾ ਯਤਨ ਕੀਤਾ ਤੇ ਉਸ ਵਕਤ ਉਹਨਾਂ ਨੇ ਬਚਨ ਕਿਹਾ ਸੱਚ ਕੋ ਮਿਟਾਓਗੇ ਤੇ ਮਿਟੋਗੇ ਜਹਾਨ ਸੇ, डरता नहीं अकाल किसी शहनशाह की शाह से, उपदेश हमारा सुन लो दिल की जबान से, कह रहे हैं हम तुमको खुदा की जबान से। ਦੋਵੇਂ ਬੱਚੇ ਕਹਿੰਦੇ ਹਨ ਤੁਸੀਂ ਸੱਚ ਨੂੰ ਮਿਟਾਉਣ ਦਾ ਯਤਨ ਕਰੋਗੇ ਤੇ ਸੱਚ ਕਦੇ ਵੀ ਮਿਟੇਗਾ ਨਹੀਂ ਆ, ਕਿਉਂਕਿ ਜਿਹੜਾ ਅਕਾਲ ਪੁਰਖ ਹੈ ਉਹ ਸੱਚ ਹੈ ਤੇ ਉਹ ਸੱਚ ਜਿਹੜਾ ਵਾ ਅਕਾਲ ਪੁਰਖ ਅਕਾਲ ਜਿਹੜਾ ਹੈ ਉਹ ਕਿਸੇ ਦੁਨਿਆਵੀ ਰਾਜੇ ਦੇ ਕੋਲੋਂ ਡਰਦਾ ਨਹੀਂ ਹੈ। ਤੇ ਇਹ ਜਿਹੜੇ ਤੁਹਾਨੂੰ ਅਸੀਂ ਬਚਨ ਕਹਿ ਰਹੇ ਹਾਂ ਇਹ ਅਸੀਂ ਆਪਣੀ ਜ਼ਬਾਨ ਨਾਲ ਨਹੀਂ ਕਹਿ ਰਹੇ, ਇਹ ਤੁਹਾਨੂੰ ਖੁਦਾ ਦੀ ਜ਼ਬਾਨ ਨਾਲ ਕਹਿ ਰਹੇ ਹਾਂ। ਹਮ ਤੁਮਕੋ ਖੁਦਾ ਕੀ ਜ਼ਬਾਨ ਸੇ, ਪਰਮਾਤਮਾ ਦੀ ਜ਼ਬਾਨ ਨਾਲ ਕਹਿ ਰਹੇ ਹਾਂ ਕਿ ਤੁਸੀਂ ਸੱਚ ਨੂੰ ਮਿਟਾਉਣ ਦਾ ਯਤਨ ਕਰੋਗੇ ਤੇ ਸੱਚ ਨੂੰ ਕਦੇ ਵੀ ਮਿਟਾ ਨਹੀਂ ਸਕੋਗੇ, ਕਿਉਂਕਿ ਸੱਚ ਨੂੰ ਨਹੀਂ ਮਿਟਾਇਆ ਜਾ ਸਕਦਾ। ਸੱਚ ਦੇ ਪਹਿਰਾ ਦੇਣ ਵਾਲੇ ਬੰਦੇ ਨੂੰ ਖਤਮ ਕੀਤਾ ਜਾ ਸਕਦਾ ਹੈ, ਉਹਦਾ ਨਾਮੋ ਨਿਸ਼ਾਨ ਮਿਟਾਇਆ ਜਾ ਸਕਦਾ ਹੈ, ਪਰ ਜੇ ਕੋਈ ਕਵੇ ਸੱਚ ਨੂੰ ਮਿਟਾ ਦਿੱਤਾ ਜਾਵੇਗਾ ਤੇ ਸੱਚ ਨਹੀਂ ਮਿਟਾਇਆ ਜਾ ਸਕਦਾ। ਇਸੇ ਕਰਕੇ ਭਗਤ ਕਬੀਰ ਜੀ ਸੱਚ ਬੋਲਦੇ ਸਨ ਤੇ ਉਹਨਾਂ ਨੂੰ ਮਿਟਾਉਣ ਦਾ ਯਤਨ ਕੀਤਾ ਗਿਆ ਤੇ ਭਗਤ ਕਬੀਰ ਜੀ ਨੇ ਵੀ ਇਹੋ ਕਿਹਾ ਸਰੀਰ ਮਿਟਾ ਲਵੋਗੇ ਪਰ ਮੇਰੀ ਵਿਚਾਰਧਾਰਾ ਜਾਂ ਮੇਰੀ ਸੋਚ ਨੂੰ ਤੁਸੀਂ ਮਿਟਾ ਨਹੀਂ ਸਕਦੇ, ਕਿਉਂਕਿ ਇਹ ਬਿਲਕੁਲ ਸੱਚ ਹੈ। ਇਸ ਸੱਚ ਨੂੰ ਤੁਸੀਂ ਨਹੀਂ ਮਿਟਾ ਸਕੋਗੇ, ਵੱਧ ਤੋਂ ਵੱਧ ਮੇਰਾ ਸਰੀਰ ਖਤਮ ਕਰ ਦਵੋਗੇ। ਜੇ ਸਰੀਰ ਖਤਮ ਹੋ ਜਾਵੇਗਾ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸੱਚ ਨੂੰ ਮਿਟਾ ਲਓਗੇ, ਸੱਚ ਫਿਰ ਵੀ ਬਰਕਰਾਰ ਰਹਿਣਾ ਵਾ। ਉਹ ਮੇਰੇ ਜਰੀਏ ਨਹੀਂ ਤਾਂ ਕਿਸੇ ਹੋਰ ਦੇ ਜਰੀਏ ਦੁਨੀਆ ਸਾਹਮਣੇ ਪ੍ਰਗਟ ਹੋ ਜਾਵੇਗਾ, ਪਰ ਪ੍ਰਗਟ ਜ਼ਰੂਰ ਹੋਵੇਗਾ ਕਿਉਂਕਿ ਸੱਚ ਦੀ ਇਹ ਨਿਸ਼ਾਨੀ ਹੈ। ਉਤੇ ਬੱਚਿਆਂ ਨੇ ਕਿਹਾ ਸੱਚ ਕੋ ਮਿਟਾਓਗੇ ਤਾਂ ਮਿਟੋਗੇ ਜਹਾਨ ਸੇ,
डरता नहीं अकाल किसी शहनशाह की शाह से, उपदेश हमारा सुन लो दिल की जबान से, कह रहे हैं हम तुमको खुदा की जबान से। छोटे ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਾ ਯਤਨ ਕੀਤਾ ਗਿਆ ਹੈ ਤੇ ਜਦੋਂ ਚਿਣਦਿਆਂ ਇੱਟਾਂ ਛਾਤੀ ਤੱਕ ਆਈਆਂ ਤੇ ਉਹਨਾਂ ਨੂੰ ਸਾਹ ਘੁੱਟਣ ਲੱਗਾ ਹੈ। ਉਹਨਾਂ ਦਾ ਹੌਲੀ ਹੌਲੀ ਸਾਹ ਜਿਹੜਾ ਘੁੱਟ ਰਿਹਾ ਹੈ ਤੇ ਨਾਲ ਅੱਲਾਹ ਜਾਰਖਾ ਜੋਗੀ ਇੱਕ ਬਚਨ ਕਹਿੰਦਾ ਹੈ, हम जान दे के औरों की जान को बचा चले, सिक्खी की नींव का हम सिर पे भार उठा चले, सिक्खी की नींव का हम सिर पे भार उठा चले, सिंगों की सल्तनत का पौधा लगा चले, गद्दी ताज तख्त अब कौम पावेगी, दुनिया से जुल्मों का नामो निशान मिटावेगी। छोटे बच्चे कहते असी ਉਹ ਨੀਆਂ ਰੱਖਣ ਲੱਗੇ ਹਨ ਜਿਹੜੀਆਂ ਸਿੰਘਾਂ ਦੀਆਂ ਸਲਤਨਤਾਂ ਪੈਦਾ ਕਰੇਗੀ ਤੇ ਦੁਨੀਆ ਦੇ ਵਿੱਚ ਜਿਹੜਾ ਸਿੰਘਾਂ ਦਾ ਰਾਜ ਉਹ ਜ਼ੁਲਮਾਂ ਦਾ ਨਾਮੋ ਨਿਸ਼ਾਨ ਮਿਟਾ ਦੇਵੇਗੀ। ਤੇ ਮਿਟਾਇਆ ਵੀ ਬਾਬੇ ਬੰਦੇ ਸਿੰਘ ਬਹਾਦਰ ਨੇ, ਮਿਟਾਇਆ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੇ, ਕਿਉਂਕਿ ਉਹਦੇ ਰਾਜ ਦੇ ਵਿੱਚ 40 ਸਾਲ ਦਾ ਰਾਜ ਹੈ। ਕਿਸੇ ਨੂੰ ਫਾਂਸੀ ਦੀ ਜਾਂ ਕਿਸੇ ਨੂੰ ਜਿਹੜਾ ਉਮਰ ਕੈਦ ਦੀ ਸਜ਼ਾ ਨਹੀਂ ਹੋਈ, ਕਿਉਂਕਿ ਉਸ ਰਾਜ ਦੇ ਵਿੱਚ ਸਤਿਗੁਰੂ ਨੇ ਬਾਣੀ 'ਚ ਜੋ ਬਚਨ ਕਿਹਾ, ਸਿੰਘਾਂ ਦਾ ਰਾਜ ਆ ਸੀ। ਕਿਹੜਾ ਰਾਜ? ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੇ ਠਾਉ, ਨਾ ਤਸਵੀਸ ਨਾ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਹਨ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਨੂੰ ਜਾਣਦਾ, ਸਭ ਸੁਖਾਲੀ ਉਠੀਆਂ ਇਹ ਹੋਆ ਹਲੇਮੀ ਰਾੜ ਜਿਉ। ਉਹ ਰਾੜ ਦੀਆਂ ਨੀਆਂ ਛੋਟੇ ਸਾਹਿਬਜ਼ਾਦਿਆਂ ਨੇ ਰੱਖ ਦਿੱਤੀਆਂ। ਅਖੀਰ ਦੋਵਾਂ ਬੱਚਿਆਂ ਨੂੰ ਨੀਆਂ ਦੇ ਵਿੱਚ ਚਿਣ ਦਿੱਤਾ ਗਿਆ ਤੇ ਦੀਵਾਰ ਜਿਹੜੀ ਉਹ ਥੱਲੇ ਡਿੱਗੀ, ਬੱਚੇ ਜਿਹੜੇ ਥੱਲੇ ਡਿੱਗੇ ਹਨ, ਪਰ ਸਵਾਸ ਉਹਨਾਂ ਦੇ ਚੱਲ ਰਹੇ ਹਨ, ਸਵਾਸ ਨਹੀਂ ਉਹਨਾਂ ਦੇ ਨਿਕਲੇ। ਜਦੋਂ ਸਵਾਸ ਚੱਲਦੇ ਵੇਖੇ ਵਜ਼ੀਰ ਖਾਨ ਨੇ ਤੇ ਉਹਨੇ ਫਿਰ ਇਹਨਾਂ ਨੂੰ ਜ਼ਿਬਾ ਕਰਨ ਦਾ ਹੁਕਮ ਦਿੱਤਾ ਹੈ, ਇਹਨਾਂ ਨੂੰ ਮਾਰਨ ਦਾ ਹੁਕਮ ਕੀਤਾ। ਤੇ ਉਹਨਾਂ ਜਲਾਦਾਂ ਨੇ ਫਿਰ ਗੋਡਿਆਂ ਵਿੱਚ ਰੱਖ ਕੇ ਦੋਵਾਂ ਬੱਚਿਆਂ ਦੀ ਜਿਹੜੀ ਸਾਹ ਰਗ ਵੱਢ ਦਿੱਤੀ ਹੈ। ਵੈਸੇ ਇਤਿਹਾਸ ਦੇ ਮੁਤਾਬਕ ਇਸਲਾਮ ਧਰਮ ਦੇ ਵਿੱਚ ਇੱਕ ਸ਼ਬਦ ਹੈ ਜ਼ਿਬਾ ਕਰਨਾ ਤੇ ਇੱਕ ਸ਼ਬਦ ਹੈ ਹਲਾਲ ਕਰਨਾ। ਜ਼ਿਬਾ ਜਿਹੜਾ ਹੁੰਦਾ ਹੈ ਉਹ ਦਿਲ ਦੇ ਵਿੱਚ ਚਾਕੂ ਜਾਂ ਖੰਜਰ ਮਾਰ ਕੇ ਕੀਤਾ ਜਾਂਦਾ ਹੈ, ਤੇ ਹਲਾਲ ਜਿਹੜਾ ਹੁੰਦਾ ਹੈ ਉਹ ਸਾਹ ਰਗ ਵੱਢ ਕੇ ਕੀਤਾ ਜਾਂਦਾ ਹੈ। ਇਸੇ ਕਰਕੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਪੁੱਠਾ ਬੱਕਰਾ ਕਰਕੇ ਖਾਣੇ ਨੂੰ ਜਿਹੜਾ ਉਹ ਤਰਜੀਹ ਨਹੀਂ ਦਿੱਤੀ ਗਈ, ਕਿਉਂਕਿ ਪੁੱਠੇ ਤੋਂ ਭਾਵ ਵੀ ਹੈ ਕਿ ਹਲਾਲ ਕਰਕੇ ਖਾਣਾ, ਕਿਉਂਕਿ ਇਸਲਾਮ ਧਰਮ ਵਾਲੇ ਹਲਾਲ ਕਰਕੇ ਮਾਸ ਖਾਂਦੇ ਹਨ। ਤੇ ਉਹ ਜਿਹੜਾ ਉਹਨਾਂ ਦੇ ਧਰਮਾਂ ਵਿੱਚ ਦੋ ਸ਼ਬਦ ਹਨ, ਹਲਾਲ ਕਰਨਾ ਅਤੇ ਜ਼ਿਬਾ ਕਰਨਾ। ਤੇ ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਹਨ ਕਿ ਅਸਲ ਵਿੱਚ ਛੋਟੇ ਬੱਚਿਆਂ ਨੂੰ ਜਲਾਦਾਂ ਵੱਲੋਂ ਹਲਾਲ ਨਹੀਂ ਕੀਤਾ ਗਿਆ, ਉਹ ਜ਼ਿਬਾ ਕੀਤਾ ਗਿਆ ਹੈ। ਤੇ ਜ਼ਿਬਾ ਜਿਹੜਾ ਇਸਲਾਮ ਧਰਮ ਦੇ ਮੁਤਾਬਕ ਦਿਲ ਦੇ ਵਿੱਚ ਖੰਜਰ ਮਾਰ ਕੇ ਕੀਤਾ ਜਾਂਦਾ ਹੈ। ਪਰ ਇਤਿਹਾਸ ਦੇ ਵਿੱਚ ਕਈ ਮੰਨਦੇ ਹਨ ਕਿ ਛੋਟੇ ਸਾਹਿਬਜ਼ਾਦਿਆਂ ਦੀ ਸਾਹ ਰਗ ਵੱਢੀ ਗਈ ਹੈ, ਜਿਹਦੇ ਕਾਰਨ ਉਹ ਜਿਹੜਾ ਕਿੰਨਾ ਸਮਾਂ ਤੜਫਦੇ ਰਹੇ ਤੇ ਅਖੀਰ ਜਿਹੜਾ ਪਹਿਲਾਂ ਜਿਹੜੇ ਪ੍ਰਾਣ ਹਨ ਉਹ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੇ ਨਿਕਲੇ ਹਨ। ਕੁਝ 2-4 ਮਿੰਟ ਤੋਂ ਬਾਅਦ ਜਿਹੜਾ ਵੱਡੇ ਸਾਹਿਬਜ਼ਾਦੇ ਤੋਂ ਭਾਵ ਕਿ ਬਾਬਾ ਜੋਰਾਵਰ ਸਿੰਘ ਦੇ ਪ੍ਰਾਣ ਨਿਕਲੇ ਹਨ। ਉਧਰ ਮਾਤਾ ਜੀ ਉਹ ਠੰਡੇ ਬੁਰਜ ਦੇ ਵਿੱਚ ਹਨ। ਤੇ ਇੱਥੇ ਵੀ ਵਿਦਵਾਨਾਂ ਦੀ ਵੱਖ-ਵੱਖ ਰਾਏ ਹੈ। ਕਈ ਵਿਦਵਾਨ ਮੰਨਦੇ ਹਨ ਕਿ ਮਾਤਾ ਜੀ ਨੇ ਉੱਥੇ ਬੁਰਜ ਦੇ ਵਿੱਚ ਹੀ ਸਵਾਸ ਤਿਆਗੇ ਹਨ, ਤੇ ਕਈ ਮੰਨਦੇ ਹਨ ਕਿ ਨਹੀਂ, ਜਲਾਦਾਂ ਵੱਲੋਂ ਜਾਂ ਸਿਪਾਹੀਆਂ ਵੱਲੋਂ ਉਹਨਾਂ ਨੂੰ ਬੁਰਜ ਦੇ ਉੱਤੋਂ ਧੱਕਾ ਮਾਰ ਕੇ ਸੁੱਟ ਕੇ ਸ਼ਹੀਦ ਕੀਤਾ ਗਿਆ ਹੈ। ਤੇ ਇਸ ਬਾਰੇ ਉਹ ਜਿਹੜੇ ਵਿਦਵਾਨ ਅੱਜ ਆਪਣੀ ਰਾਏ ਵੀ ਦਿੰਦੇ ਹਨ, ਕਿਉਂਕਿ ਜਿਹੜੇ ਜਲਾਦ ਜਾਂ ਜਿਹੜਾ ਵਜ਼ੀਰ ਖਾਨ ਗੁਰੂ ਦੇ ਬੱਚਿਆਂ ਨੂੰ ਇੰਨਾ ਤਸੀਹਾ ਦੇ ਰਿਹਾ ਹੈ, ਇੰਨਾ ਜ਼ੁਲਮ ਕਰ ਰਿਹਾ ਹੈ, ਇਹ ਕਿੱਦਾਂ ਹੋ ਸਕਦਾ ਕਿ ਉਹਨਾਂ ਨੇ ਮਾਤਾ ਜੀ ਨੂੰ ਜਿਹੜਾ ਬਖਸ਼ ਦਿੱਤਾ ਹੋਵੇ, ਕਿਉਂਕਿ ਉਹਨਾਂ ਨੇ ਮਾਤਾ ਜੀ ਨੂੰ ਬੁਰਜ ਤੋਂ ਥੱਲੇ ਸੁੱਟ ਕੇ ਜਿਹੜਾ ਸ਼ਹੀਦ ਕੀਤਾ, ਕਿਉਂਕਿ ਉਹ ਵੀ ਉਹਨਾਂ ਨੂੰ ਮਾਰਨਾ ਹੀ ਚਾਹੁੰਦੇ ਸਨ, ਨਾ ਕਿ ਮਾਤਾ ਜੀ ਆਪਣੇ ਆਪ ਸਵਾਸ ਜਿਹੜੇ ਉਹ ਤਾਂ ਚੜਾ ਲੈਂਦੇ। ਜਿਸ ਕਾਰਨ ਇਸ ਗੱਲ ਨੂੰ ਵਿਦਵਾਨ ਜ਼ਿਆਦੇ ਮੰਨਦੇ ਹਨ ਕਿ ਮਾਤਾ ਜੀ ਨੂੰ ਠੰਡੇ ਬੁਰਜ ਤੋਂ ਥੱਲੇ ਸੁੱਟ ਕੇ ਸ਼ਹੀਦ ਕੀਤਾ ਗਿਆ ਹੈ। ਤੇ ਸੋਹਣ ਸਿੰਘ ਸੀਤਲ ਜੀ ਉਹ ਇੱਕ ਗੱਲ ਲਿਖਦੇ ਹਨ, ਉਹ ਕਹਿੰਦਾ ਹੈ, ਲਾੜੀ ਮੌਤ ਨੇ ਨਾ ਫਰਕ ਆਉਣ ਦਿੱਤਾ, ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ,
ਤਾਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ, ਕਿੰਨਾ ਜ਼ੋਰ ਹੈ ਨਿੱਕੀ ਤਲਵਾਰ ਅੰਦਰ। ਕਿੰਨੇ ਖਾਦੇ ਨੇ, ਕਿੰਨੀਆਂ ਖਾਦੀਆਂ ਨੇ ਸੱਟਾਂ ਅਜੀਤ ਨੇ, ਕਿੰਨੇ ਚੁਬੇ ਨੇ ਤੀਰ ਜੁਝਾਰ ਅੰਦਰ। ਦਾਦੀ ਬੁਰਜ ਦੀ ਝੀਤ ਵਿੱਚੋਂ ਝਾਕ ਮਾਰੀ, ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ। ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਮਾਰੀ, ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ। ਜੂਝੇ ਕਿਸ ਤਰ੍ਹਾਂ ਨੇ ਧਰਮ ਤੋਂ ਸਾਹਿਬਜ਼ਾਦੇ, ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ। ਸੋਹਣ ਸਿੰਘ ਸੀਤਲ ਜੀ ਦੀ ਇਹ ਰਚਨਾ ਹੈ। ਉਹ ਕਹਿੰਦਾ ਕਿ ਦੋ ਸਾਹਿਬਜ਼ਾਦੇ ਜੰਗ ਮੈਦਾਨ ਦੇ ਵਿੱਚ ਚਮਕੌਰ ਦੇ ਵਿੱਚ ਜੁੜ ਕੇ ਸ਼ਹੀਦ ਹੋਏ, ਤੇ ਦੋ ਸਾਹਿਬਜ਼ਾਦਿਆਂ ਨੀਹਾਂ ਵਿੱਚ 27 ਦਸੰਬਰ ਨੂੰ ਜਿਹੜਾ ਸ਼ਹੀਦ ਕੀਤਾ ਗਿਆ। ਇਹ ਖਬਰ ਸਤਿਗੁਰੂ ਜੀ ਤੱਕ ਪਹੁੰਚਦੀ ਹੈ, ਤੇ ਸਤਿਗੁਰੂ ਉਸ ਵਕਤ ਰਾਏ ਕੱਲੇ ਦੇ ਕੋਲ ਹਨ, ਤੇ ਨੂਰਾ ਮਾਈ ਕਿਵੇਂ ਭੁੱਬਾ ਮਾਰ-ਮਾਰ ਦੱਸਦਾ ਹੈ, ਤੇ ਗੁਰੂ ਸਾਹਿਬ ਨੇ ਫਿਰ ਦੀਨੇ ਕਾਂਗੜ ਤੋਂ ਕਿਵੇਂ ਜਫਰਨਾਮਾ ਜਿੱਤ ਦੀ ਚਿੱਠੀ ਲਿਖੀ, ਉਹ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।